ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁੜ ਕਰ ਗਿਆਨ ਧਿਆਨ ਕਰ ਧਾਵੇ, ਕਰ ਕਰਨੀ ਕਸ ਪਾਈਏ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਏ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਹਿਆ। ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ ਰਾਮ। ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪਿਆਏ ਜਾਂ ਕੋ ਨਦਰ ਕਰੇ। ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸੂਛੇ ਪਾਉ ਤਰੇ। ਸਿਬਤੀ ਰਤਾ ਸਦ ਬੈਰਾਗੀ, ਜੂਵੇ ਜਨਮ ਨਹਾਰੇ। ਕਉ ਨਾਨਕ ਸੁਨ ਪਰਥਰ ਜੋਗੀ, ਖੀਵਾ ਅੰਮ੍ਰਿਤ ਧਾਰੇ। ਅਬ ਮੋਹੈ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਨ ਬੁਝਾ ਜਲਤ ਬੁਝਾਇਆ। ਮਨ ਮਾਰਨ ਕਾਰਨ ਬਨ ਜਾਈਏ, ਸੋ ਜਲ ਬਿਨ ਭਗਵੰਤ ਨਾ ਪਾਈਐ। ਜੈ ਪਾਵਕ ਸੁਰ ਨਰ ਹੈ ਜਾਰੇ, ਰਾਮ ਭਗਤ ਜਨ ਜਲ ਤੇ ਉਬਾਰੇ। ਭਵ ਸਾਗਰ ਸੁਖ ਸਾਗਰ ਮਾਹੀ, ਪੀਵਤ ਰਹੇ ਜਲ ਨਿਖੁਟਤ ਨਾਹੀ। ਕਉ ਕਬੀਰ ਭਜ ਸਾਰੰਗ ਪਾਣੀ, ਰਾਮ ਜਲਤ ਮੇਰੀ ਤ੍ਰਿਖਾ, ਰਾਮ ਉਦਕ ਮੇਰੀ ਤਿਖਾ ਬਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਪਿਛਲੇ ਸਮੇਂ ਦੌਰਾਨ ਜਿਹੜੀ ਆਪਾਂ ਵਿਚਾਰ ਕੀਤੀ ਸੀ ਕਿ ਕੌਮ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਹੈ, ਕੌਮ ਕਿਸ ਤਰ੍ਹਾਂ ਦੁਫਾੜ ਹੁੰਦੀ ਹੈ, ਕੌਮਾਂ ਕਿਸ ਤਰ੍ਹਾਂ ਢਹਿੰਦੀ ਕਲਾ 'ਚ ਜਾਂਦੀਆਂ ਨੇ, ਆਪਾਂ ਪਿਛਲੇ ਸਮੇਂ ਦੌਰਾਨ ਵਿਚਾਰ ਕੀਤੀ ਸੀ ਕਿ ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਜਿਨ੍ਹਾਂ ਚੀਜ਼ਾਂ ਦੀ ਵਿਰੋਧਤਾ ਕਰਦੇ ਨੇ, ਸਮੇਂ ਦੇ ਨਾਲ ਉਹੀ ਚੀਜ਼ਾਂ, ਉਹੀ ਰਹੁ ਰੀਤਾਂ, ਉਹੀ ਰਸਮਾਂ ਉਹਨਾਂ ਕੌਮਾਂ ਦੇ ਵਿੱਚ ਵਾੜ ਦਿੱਤੀਆਂ ਜਾਂਦੀਆਂ ਨੇ। ਅਤੇ ਜਿਹੜੇ ਮਹਾਂਪੁਰਖਾਂ ਦੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਹੁੰਦੀਆਂ ਨੇ, ਜਾਂ ਮਹਾਂਪੁਰਖਾਂ ਨੇ ਵੱਡੀਆਂ ਵੱਡੀਆਂ ਘਾਲਣਾ ਘਾਲ ਕੇ ਕੋਈ ਪਰੰਪਰਾਵਾਂ ਚਲਾਈਆਂ ਹੁੰਦੀਆਂ ਨੇ, ਉਹ ਸਮੇਂ ਦੇ ਨਾਲ ਲਹਿਰਾਂ ਫੇਲ ਹੋ ਜਾਂਦੀਆਂ ਨੇ। ਮੈਂ ਪਿਛਲੀ ਵਾਰੀ ਇਹ ਕਿਹਾ ਸੀ ਕਿ ਕੌਮ ਨੂੰ ਮਾਰਨ ਦੇ ਤਰੀਕੇ ਨੇ, ਧੜੇ ਪੈਦਾ ਕਰ ਦਿਓ ਕੌਮ ਦੇ ਵਿੱਚ। ਜਦੋਂ 1 ਤੋਂ 2 ਹੋ ਜਾਣਗੇ, 2 ਤੋਂ 4 ਹੋ ਜਾਣਗੇ, 4 ਤੋਂ 6 ਹੋ ਜਾਣਗੇ, ਅਤੇ ਆਪੇ ਇਹਨਾਂ ਦੀ ਸ਼ਕਤੀ ਘਟ ਜਾਏਗੀ ਅਤੇ ਆਪਸ ਵਿੱਚ ਲੜ ਲੜ ਕੇ ਮਰਨਗੇ, ਜੋ ਸਾਡੇ ਨਾਲ ਹੋਇਆ। ਦੂਸਰਾ, ਮੈਂ ਚਾਣਕੀਆ ਨੀਤੀ ਦੀ ਇੱਕ ਤੁਕ ਆਪ ਦੇ ਨਾਲ ਸਾਂਝੀ ਕੀਤੀ ਸੀ ਕਿ ਪਹਿਲੇ ਸ਼ਾਸਤਰ ਸੇ ਮਾਰੋ। ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ, ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਕੋਲ ਸ਼ਾਸਤਰ ਵਾ, ਅਤੇ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ
ਖੜਗ ਬਖਸ਼ੀ ਆ, ਕਿਰਪਾਨ ਬਖਸ਼ੀ ਆ, ਉਹਨੂੰ ਸ਼ਸਤਰ ਬੋਲਿਆ ਜਾਂਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਸਤਰ ਕਾਇਮ ਕੀਤਾ, ਕਿਉਂਕਿ ਸ਼ਸਤਰ ਦੇ ਨਾਲੋਂ ਸ਼ਾਸਤਰ ਦੀ ਮਾਰ ਬਹੁਤ ਪੈਂਦੀ ਹੈ। ਗੁਰੂ ਨਾਨਕ ਸਾਹਿਬ ਨੇ ਸ਼ਾਸਤਰ ਬਣਾਤਾ, ਜਿਹਨੂੰ ਅਸੀਂ ਕਹਿੰਦੇ ਬਹੁ ਸ਼ਾਸਤਰ ਪਉ ਸਿਮਰਤੀ। ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ। ਗੁਰੂ ਨਾਨਕ ਸਾਹਿਬ ਨੇ ਆਪਣੀ ਕਲਮ ਦੇ ਨਾਲ ਇੱਕ ਸ਼ਾਸਤਰ ਤਿਆਰ ਕੀਤਾ, ਇੱਕ ਧਰਮ ਗ੍ਰੰਥ ਤਿਆਰ ਕੀਤਾ। ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਸ਼ਾਸਤਰ ਖਤਰੇ ਵਿੱਚ ਨਾ ਚਲ ਜੇ ਤੇ ਲਾਗੇ ਸ਼ਸਤਰ ਰੱਖ ਦਿਓ। ਅੱਜ ਵੀ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਇੱਕ ਚੀਜ਼ ਹੁੰਦੀ ਆ, ਗੁਰੂ ਗ੍ਰੰਥ ਸਾਹਿਬ ਸ਼ਾਸਤਰ ਨੇ ਤੇ ਉਹਨਾਂ ਦੀ ਹਜ਼ੂਰੀ 'ਚ ਸ਼ਸਤਰ ਹੁੰਦੇ ਨੇ ਪਏ। ਤੇ ਵਿਰੋਧੀ ਦੇ ਕੋਲ ਦੋ ਗੱਲਾਂ ਹੁੰਦੀਆਂ ਨੇ। ਪਹਿਲੇ ਚਾਣਕੀਆ ਕਹਿੰਦਾ ਪਹਿਲੇ ਸ਼ਾਸਤਰ ਸੇ ਮਾਰੋ, ਜੋ ਮਹਾਂਪੁਰਖ ਨੇ ਪਰੰਪਰਾ ਗੁਰੂ ਪੀਰ ਨੇ ਤੋੜੀ ਹੈ ਉਹਦੇ ਵਿੱਚ ਵਿਗਾੜ ਪੈਦਾ ਕਰ ਦਿਓ। ਅਗਰ ਇਸ ਤਰ੍ਹਾਂ ਵੀ ਥੋੜੇ ਬਹੁਤੇ ਬਚ ਜਾਣ ਤੇ ਫਿਰ ਦੂਸਰੀ ਨੀਤੀ ਅਪਣਾਓ, ਉਹਨੂੰ ਸ਼ਸਤਰ ਸੇ ਮਾਰ ਦਿਓ, ਉਹਨੂੰ ਗੋਲੀ ਮਾਰ ਦਿਓ, ਉਹਨੂੰ ਦਾਤਰਾਂ ਨਾਲ ਵੱਢ ਦਿਓ, ਉਹਨੂੰ ਡਾਂਗਾਂ ਨਾਲ ਮਾਰ ਦਿਓ। ਇਹ ਦੂਸਰੀ ਨੀਤੀ ਹੈ। ਪਹਿਲੀ ਨੀਤੀ ਚਾਣਕੀਆ ਦੀ ਕਿ ਪਹਿਲੇ ਸ਼ਾਸਤਰ, ਸੱਸੇ ਨੂੰ ਕੰਨਾ ਲਾ ਦਿਓ ਤੇ ਸੱਸਾ ਤੇ ਤੱਤਾ ਤੇ ਰਾਰਾ ਸ਼ਾਸਤਰ, ਤੇ ਦੂਸਰਾ ਸੱਸਾ ਤੱਤਾ ਤੇ ਰਾਰਾ ਸ਼ਸਤਰ। ਜੇ ਸੱਸੇ ਨੂੰ ਕੰਨਾ ਲਾ ਦਿਓ ਫਿਰ ਬਣ ਜਾਂਦਾ ਸ਼ਾਸਤਰ, ਤੇ ਜੇ ਕੰਨਾ ਹਟਾ ਦਿਓ ਫਿਰ ਬਣ ਜਾਂਦਾ ਸ਼ਸਤਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਸਤਰ ਦਿੱਤਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਾਸਤਰ ਦਿੱਤਾ ਹੈ। ਤੇ ਵਿਰੋਧੀ ਦੋ ਤਰ੍ਹਾਂ ਮਾਰਦੇ ਨੇ, ਸ਼ਾਸਤਰ ਦੇ ਨਾਲ ਤੇ ਸ਼ਸਤਰ ਦੇ ਨਾਲ। ਕਿਸੇ ਹੱਦ ਤੱਕ ਵਿਰੋਧੀ ਸਫਲ ਹੋ ਜਾਂਦੇ ਨੇ ਇਸ ਕੰਮ ਦੇ ਵਿੱਚ। ਮੈਂ ਇੱਕ ਦੋ ਉਦਾਹਰਨ ਦੇ ਕੇ ਫਿਰ ਅੱਜ ਦੇ ਵਿਸ਼ੇ ਤੇ ਮੈਂ ਆਵਾਂ। ਅੱਜ ਆਪਾਂ ਇੱਕ ਸ਼ਬਦ ਦੀ ਵਿਆਖਿਆ ਕਰਨੀ ਆ। ਉਸ ਦਿਨ ਥੋੜ੍ਹਾ ਜਿਹਾ ਭਾਵੁਕ ਹੋ ਗਏ ਸੀ ਤੇ ਕੁਝ ਵਿਚਾਰਾਂ ਰਹਿ ਗਈਆਂ ਸੀ, ਕਿਉਂਕਿ ਬੰਦਾ ਜਦੋਂ ਜੋਸ਼ ਵਿੱਚ ਜਾਂਦਾ ਤੇ ਹੋਸ਼ ਗਵਾ ਬੈਂਦਾ ਹੈ। ਇਸੇ ਕਰਕੇ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ, ਬੁੱਢਾ ਦਲ ਅੱਗੇ ਹੋਵੇ ਤੇ ਤਰਨਾ ਦਲ ਜਵਾਨ ਪਿੱਛੇ ਰਹਿਣ ਬੁੱਢਿਆਂ ਦੇ, ਤਾਂ ਕਿ ਕੋਈ ਮਿਸ਼ਨ ਫੇਲ ਨਾ ਹੋ ਜਾਵੇ। ਜੇ ਮੁੰਡੇ ਅੱਗੇ ਲੱਗ ਜਾਣਗੇ, ਜਵਾਨ ਅੱਗੇ ਲੱਗ ਜਾਣਗੇ, ਬੁੱਢੇ ਪਿੱਛੇ ਰਹਿ ਜਾਣਗੇ ਤਾਂ ਮਿਸ਼ਨ ਫੇਲ ਹੋ ਜਾਏਗਾ। ਤਾਂ ਮੈਂ ਉਦਾਹਰਨ ਦੇ ਲੱਗਾ ਵੀ ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਹੋਏ ਨੇ ਤੇ ਉਹਨਾਂ ਨੇ ਮੂਰਤੀ ਪੂਜਾ ਦੀ ਵਿਰੋਧਤਾ ਕੀਤੀ ਵੀ ਮੂਰਤੀਆਂ ਨਹੀਂ ਚਾਹੀਦੀਆਂ। ਹੁਣ ਜਦੋਂ ਮਹਾਤਮਾ ਬੁੱਧ ਨੇ ਇਹ ਗੱਲ ਕਹਿ ਦਿੱਤੀ ਕਿ ਮੂਰਤੀਆਂ ਨਹੀਂ ਚਾਹੀਦੀਆਂ, ਤੇ ਅੱਜ ਵੇਖ ਲਓ ਉਹ ਮਹਾਤਮਾ ਬੁੱਧ ਦੀਆਂ ਮੂਰਤੀਆਂ ਉਹਦੇ ਧਰਮ ਸਥਾਨਾਂ 'ਤੇ ਬਣੀਆਂ ਹੋਈਆਂ ਨੇ। ਜੋ ਮਹਾਂਪੁਰਖਾਂ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਸ ਤਰ੍ਹਾਂ ਹੀ ਹੋ ਰਿਹਾ। ਕਿਉਂਕਿ ਮਹਾਂਪੁਰਖ ਗੁਰੂ ਪੀਰ ਤਾਂ ਤੁਰ ਜਾਂਦੇ ਨੇ ਤੇ ਵਿਰੋਧੀ ਤਾਂ ਸਦਾ ਹੀ ਧਰਤੀ 'ਤੇ ਰਹਿੰਦੇ ਨੇ। ਵਿਰੋਧਤਾ ਕਰਨ ਵਾਲੇ ਗੁਰੂ ਪੀਰ ਦੀ ਤਾਂ ਉਮਰ ਹੁੰਦੀ ਕੋਈ ਤੁਰ ਜਾਂਦੇ ਨੇ, ਪਰ ਵਿਰੋਧੀ ਤਾਂ ਧਰਤੀ 'ਤੇ ਹਮੇਸ਼ਾ ਰਹਿੰਦੇ ਆ ਨਾ। ਤਾਂ ਮਹਾਤਮਾ ਬੁੱਧ ਨੇ ਆਖਿਆ ਵੀ ਮੂਰਤੀਆਂ ਦੀ ਪੂਜਾ ਨਹੀਂ ਕਰਨੀ, ਮੂਰਤੀਆਂ ਨਹੀਂ ਬਣਾਉਣੀਆਂ, ਪਰ ਵਿਰੋਧੀਆਂ ਨੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੇ ਧਰਮ ਸਥਾਨਾਂ 'ਤੇ ਰੱਖ ਦਿੱਤੀਆਂ ਗਈਆਂ। ਇਹ ਹੁੰਦਾ ਸ਼ਸਤਰ ਦੇ ਨਾਲ ਮਾਰਨਾ, ਅਗਲੇ ਨੂੰ ਵਿਚਾਰ ਦੇ ਨਾਲ ਮਾਰਨਾ। ਆ ਸਾਡੇ ਕਈ ਲਿਖਾਰੀ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਚਿੱਠੀ ਲਿਖੀ ਹੈ, ਜਿਹਨੂੰ ਜ਼ਫਰਨਾਮਾ ਅਸੀਂ ਕਹਿੰਦੇ ਹਾਂ, ਤੇ ਔਰੰਗਜ਼ੇਬ ਨੂੰ ਲਿਖੀ ਚਿੱਠੀ, ਤੇ ਉਹ ਔਰੰਗਜ਼ੇਬ ਚਿੱਠੀ ਪੜ੍ਹ ਕੇ ਮਰ ਗਿਆ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਭਾਈ ਜਿੱਦਣ ਚਿੱਠੀ ਉਹਦੇ ਕੋਲ ਗਈ ਸੀ ਉਦਣ 95 ਸਾਲ ਦਾ ਸੀ ਬੁੱਢਾ ਉਹ। ਜਿਹੜੇ ਏਡੇ ਏਡੇ ਪੈਗੰਬਰਾਂ ਨੂੰ, ਪੀਰਾਂ ਨੂੰ ਵੱਢ ਕੇ ਉਹਨੂੰ ਕੁਛ ਨਹੀਂ ਉਹਦੀ ਆਤਮਾ 'ਤੇ ਅਸਰ ਹੋਇਆ, ਕਤਲ ਕਰਕੇ ਨਹੀਂ ਅਸਰ ਹੋਇਆ, ਤੇ ਉਹਨੂੰ ਚਿੱਠੀ ਦਾ ਅਸਰ ਕਿਵੇਂ ਹੋ ਜਾਣਾ ਸੀ?
ਉਹਨੇ ਆਪਣੀ ਹਯਾਤੀ ਦੇ ਅੰਦਰ, ਆਪਣੀ ਜ਼ਿੰਦਗੀ ਦੇ ਅੰਦਰ ਉਸਨੇ 11 ਦਰਵੇਸ਼ ਕਤਲ ਕੀਤੇ। 11 ਦਰਵੇਸ਼ ਅੱਲਾਹ ਤੱਕ ਪਹੁੰਚੇ ਹੋਏ। ਉਹਦੀ ਆਤਮਾ ਨੇ ਕੁਛ ਨਹੀਂ ਕਿਹਾ ਉਹਨੂੰ। ਉਹਨੇ ਕੋਈ 18 ਲੱਖ ਬੰਦਾ ਵੱਢਿਆ ਆਪਣੀ ਜ਼ਿੰਦਗੀ 'ਚ। 18 ਲੱਖ ਬੰਦਾ ਮਾਰਿਆ ਉਸ ਵਿਅਕਤੀ ਨੇ, ਤੇ ਕੁਛ ਨਹੀਂ ਹੋਇਆ ਉਹਨੂੰ। ਤੇ ਚਿੱਠੀ ਨਾਲ ਉਹਨੂੰ ਕੀ ਹੋਣਾ ਸੀ? ਇਹ ਐਵੇਂ ਲੋਕਾਂ ਨੂੰ, ਇਹ ਲਿਖਾਰੀ ਲੋਕ ਜਿਹੜੇ ਨੇ, ਬੁਲਾਰੇ ਲੋਕ ਜਿਹੜੇ ਨੇ, ਇਹ ਲੋਕਾਂ ਨੂੰ ਭੜਕਾਉਂਦੇ ਨੇ, ਲੋਕਾਂ ਨੂੰ ਮਰਵਾਉਂਦੇ ਨੇ। ਹੁਣ ਰੌਲੀ ਪਾਉਣ ਵਾਲੇ ਮੋਰਾਂ ਵਾਲੀ ਉਹ ਮਹਿਲ ਸਿੰਘ ਚੰਡੀਗੜ੍ਹੀਆ ਵੜ ਗਿਆ ਨਾ ਰੁੱਡਾਂ 'ਚ, ਤੇ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਚਲ ਗਏ ਨੇ। ਇਹ ਹੁੰਦਾ ਇਹਨਾਂ ਦੀ ਇੱਕ ਸ਼ਰਾਰਤੀ ਬਿਰਤੀ। ਇਹ ਜੀ ਉਹਨੇ ਜਦੋਂ ਜਫਰਨਾਮਾ ਪੜ੍ਹਿਆ, ਚਿੱਠੀ ਪੜ੍ਹੀ, ਉਹ ਚਿੱਠੀ ਪੜ੍ਹ ਕੇ ਮਰ ਗਿਆ। ਉਹ 95 ਸਾਲ ਦਾ ਤੇ ਬੁੱਢਾ ਸੀ ਜਿੱਦਣ ਉਹਨੂੰ ਚਿੱਠੀ ਮਿਲੀ, ਤੇ ਉਹਨੇ ਮਰਨਾ ਨਹੀਂ। ਉਹ ਕੋਈ ਗਰਾਊਂਡਾਂ 'ਚ ਖੇਡਣ ਜਾਂਦਾ ਸੀ ਉਦੋਂ ਵੀ ਚਿੱਠੀ ਪੜ੍ਹ ਕੇ ਮੰਜੀ 'ਤੇ ਪੈ ਗਿਆ। ਮੰਜੀ 'ਤੇ ਪਹਿਲੋਂ ਪਿਆ, 95 ਸਾਲ ਦਾ ਤੇ ਬੁੱਢਾ ਸੀ। ਹਾਂ, ਇੰਨਾ ਕੁ ਜ਼ਰੂਰ ਆ ਵੀ ਉਹਨੇ ਮਹਿਸੂਸ ਕੀਤਾ ਵੀ ਮੇਰੇ ਕੋਲ ਗਲਤੀਆਂ ਹੋ ਗਈਆਂ ਨੇ। ਇਹ ਬੁੱਢੇ ਬਾਰੇ ਸਾਰਿਆਂ ਨੂੰ ਮਹਿਸੂਸ ਹੋ ਜਾਂਦਾ, ਐਡੀ ਕਿਹੜੀ ਗੱਲ ਹੈ। ਤੇ ਮੈਂ ਕਹਿ ਰਿਹਾ ਸੀ, ਅਸੀਂ ਪਿਛਲੀ ਵਾਰੀ ਵਿਚਾਰ ਕੀਤੀ ਸੀ, ਪਹਿਲੇ ਸ਼ਾਸਤਰ ਸੇ ਮਾਰੋ, ਧਰਮ ਗ੍ਰੰਥ ਰਾਹੀਂ ਅਗਲੇ ਨੂੰ ਮਾਰੋ, ਉਹਦੇ ਗ੍ਰੰਥ ਵਿੱਚ ਵਿਗਾੜ ਪੈਦਾ ਕਰੋ। ਜੋ ਮਹਾਂਪੁਰਖਾਂ ਨੇ ਮਨਾ ਕੀਤਾ ਉਹੀ ਕੁਛ ਉਹਨਾਂ ਦੇ ਵਿੱਚ ਵੜ ਕੇ, ਉਹਨਾਂ ਵਾਲੇ ਕੱਪੜੇ ਪਾ ਕੇ ਉਹ ਕੁਛ ਕਰੋ। ਮਹਾਤਮਾ ਬੁੱਧ ਨੇ ਆਖਿਆ ਮੂਰਤੀਆਂ ਨਹੀਂ ਪੂਜਣੀਆਂ, ਤੇ ਮਹਾਤਮਾ ਬੁੱਧ ਦੀਆਂ ਖੁਦ ਦੀਆਂ ਮੂਰਤੀਆਂ ਬਣਾ ਕੇ ਉਹਦੇ ਧਰਮ ਸਥਾਨਾਂ ਤੇ ਰੱਖ ਦਿੱਤੀਆਂ ਗਈਆਂ। ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ ਗੁਰੂ ਕੀ ਬਾਣੀ ਨੇ ਸੰਗਰਾਂਦ ਦਾ, ਮੱਸਿਆ ਦਾ, ਪੂਰਨਮਾਸੀ ਦਾ। ਇੱਥੋਂ ਤੱਕ ਵੀ ਕਹਿਤਾ ਮਹਾਰਾਣੀ ਬਾਣੀ ਨੇ ਕਿ 14 ਅਮਾਵਸ ਰਚ ਰਚ ਮੰਗੇ, ਕਰ ਦੀਪਕ ਲੈ ਕੂਪ ਭਰੇ। ਗੁਰੂ ਕੀ ਬਾਣੀ ਕਾ ਕਵਾਕ ਆਉਂਦਾ ਹੈ, ਥਿੱਤੀ ਵਾਰ ਸੇਵੇ ਮੁਗਧ ਗਵਾਰ। ਜਿਹੜਾ ਥਿੱਤਾਂ ਵਾਰਾਂ ਦੀ ਸੇਵਾ ਕਰਦਾ ਹੈ, ਸੰਗਰਾਂਦਾਂ ਮਨਾਉਂਦਾ ਹੈ, ਉਹ ਮੂਰਖ ਹੈ। ਜਿਸ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਵੀ ਜਿਹੜਾ ਸੰਗਰਾਂਦਾਂ ਮਨਾਉਂਦਾ ਮੂਰਖ ਹੈ, ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਤੁਸੀਂ ਸੰਗਰਾਂਦਾਂ ਮਨਾਓ, ਆਖੋ ਅੱਜ ਪਵਿੱਤਰ ਦਿਹਾੜਾ ਹੈ। ਸੰਗਰਾਂਦ ਇੱਕ ਸੂਰਜ ਦੇਵਤੇ ਦੀ ਪੂਜਾ ਹੈ। ਕੀ ਸਿੱਖ ਗੁਰਦੁਆਰੇ ਅੰਦਰ ਬੈਠ ਕੇ ਸੰਗਰਾਂਦਾਂ ਮਨਾਊਗਾ? ਮਨਾ ਨਹੀਂ ਰਿਹਾ ਸੰਗਰਾਂਦਾਂ। ਇਹ ਗੁਰੂ ਨਾਨਕ ਸਾਹਿਬ ਨੇ ਮਨਾ ਕੀਤੀਆਂ ਸੀ, ਅਸੀਂ ਫੇਰ ਅਜੇ ਤੱਕ ਨਹੀਂ ਹਟੇ। 10-10 ਰੁਪਈਏ ਇਕੱਠੇ ਕਰਕੇ ਪਿੰਡ ਦਾ ਗ੍ਰੰਥੀ ਤੇ ਦੇਗ ਤਿਆਰ ਕਰਦਾ ਹੈ, ਤੇ ਇਹ ਜਿਹੜੇ ਸੜਕਾਂ ਦੇ ਲੱਖਾਂ ਰੁਪਈਆ ਲੰਗਰ ਤੇ ਲਾਉਂਦੇ ਨੇ, ਇਹ ਕੌਣ ਲੋਕ ਨੇ? ਇੱਕ ਮਹੀਨੇ ਦੀ ਇੱਕ ਘਰ ਕੋਲੋਂ ਰਸਦੀ ਨਹੀਂ ਹੁੰਦੀ ਦੇਗ ਬਣਾਉਣ ਵਾਸਤੇ, ਦਿੰਦੇ ਨਹੀਂ ਗੁਰਦੁਆਰੇ। ਕਿਲੋ ਘਿਓ ਲੱਗਦਾ ਉਹ, 1.5 ਕਿਲੋ ਲੱਗਦਾ ਉਹ, 1.5-2 ਕਿਲੋ ਘਿਓ ਨਹੀਂ ਕੋਈ ਪਿੰਡ 'ਚੋਂ ਗ੍ਰੰਥੀ ਨੂੰ ਦਿੰਦਾ ਮਹੀਨੇ ਬਾਅਦ ਵੀ ਦੇਗ ਬਣਾ ਲਾ। ਉਹ ਵਿਚਾਰਾ 10-10 ਰੁਪਈਏ ਇਕੱਠੇ ਕਰਕੇ ਦੇਗ ਬਣਾਉਂਦਾ, ਤੇ ਇਹ ਜਿਹੜੀ ਸੜਕਾਂ ਦੇ ਲੱਖਾਂ ਰੁਪਈਆ ਲੰਗਰ 'ਚ ਬਰਬਾਦ ਕਰਦੇ ਨੇ, ਕੌਣ ਲੋਕ ਨੇ? ਲੰਗਰ ਵਾਸਤੇ ਗੁਰਦੁਆਰੇ ਦੇਗ ਵਾਸਤੇ ਤੇ ਤੁਹਾਡੇ ਕੋਲ 100 ਰੁਪਈਆ ਨਿਕਲਦਾ, ਭਾਈ 10-10 ਰੁਪਈਏ ਇਕੱਠੇ ਕਰਦਾ ਹੈ, ਤੇ ਲੰਗਰਾਂ ਵਾਸਤੇ ਤੁਸੀਂ ਕਰੋੜਾਂ ਰੁਪਈਆ ਬਰਬਾਦ ਕਰਦੇ ਸੜਕਾਂ ਦੇ ਉੱਤੇ। ਮੈਂ ਕਹਿ ਰਿਹਾ ਸੀ, ਜੋ ਮਹਾਂਪੁਰਖ ਕਹਿ ਜਾਂਦੇ ਨੇ ਵੀ ਨਹੀਂ ਕਰਨਾ, ਉਹਦੇ 'ਚ ਮੁੜ ਕੇ ਲੋਕੀ ਕਰਨ ਲੱਗ ਪੈਂਦੇ ਨੇ। ਕਹਿੰਦੇ ਪਹਿਲੇ ਸ਼ਾਸਤਰ ਸੇ ਮਾਰੋ। ਕੋਈ ਮੁਸਲਮਾਨ ਸੰਗਰਾਂਦ ਨਹੀਂ ਮਨਾਉਂਦਾ, ਕੋਈ ਈਸਾਈ ਸੰਗਰਾਂਦ ਨਹੀਂ ਮਨਾਉਂਦਾ, ਕੋਈ ਪਾਰਸੀ ਸੰਗਰਾਂਦ ਨਹੀਂ ਮਨਾਉਂਦਾ, ਕੋਈ ਬੋਧੀ ਸੰਗਰਾਂਦ ਨਹੀਂ ਮਨਾਉਂਦਾ, ਤੇ ਸਿੱਖ ਕਿਉਂ ਸੰਗਰਾਂਦਾਂ ਮਨਾਉਂਦਾ ਗੁਰਦੁਆਰੇ 'ਚ ਬੈਠ ਕੇ? ਕਿਉਂਕਿ ਸਾਨੂੰ ਮਨਾ ਕੀਤਾ ਸੀ ਵੀ ਨਹੀਂ ਕਰਨਾ, ਤੇ ਸ਼ਰਾਰਤੀ ਲੋਕਾਂ ਨੇ ਸਾਡੇ ਕੋਲ ਕਰਾਇਆ, ਤੇ ਅਸੀਂ ਕਰ ਰਹੇ ਹਾਂ। ਕਬੀਰ ਸਾਹਿਬ ਮੂਰਤੀਆਂ ਦੇ ਉਲਟ ਬੋਲਦੇ ਰਹੇ, ਤੇ ਅੱਜ ਕਬੀਰ ਦੀਆਂ ਮੂਰਤੀਆਂ ਬਣ ਗਈਆਂ। ਇਹ ਹੁੰਦਾ ਹੈ, ਮਹਾਂਪੁਰਖ ਜਦੋਂ ਤੁਰ ਜਾਣ ਫਿਰ ਇਸ ਤਰ੍ਹਾਂ ਹੁੰਦਾ ਉਹਨਾਂ ਮਹਾਂਪੁਰਖਾਂ ਦੇ ਨਾਲ। ਤੋ ਖੈਰ, 2 ਗੱਲਾਂ ਤੇ ਆਪਾਂ ਵਿਚਾਰ ਕੀਤੀ ਸੀ ਪਿਛਲੇ ਸਮੇਂ ਜਦੋਂ ਆਪਾਂ ਲੈਵ ਹੋਏ ਸੀ। ਪਹਿਲੇ ਸ਼ਾਸਤਰ ਸੇ ਮਾਰੋ, ਗ੍ਰੰਥ ਦੇ ਮੁਕਾਬਲੇ ਤੇ ਇੱਕ ਗ੍ਰੰਥ ਰੱਖ ਦਿਓ। ਆਖਦੇ ਹੋ ਵੀ ਤੁਹਾਡੇ ਗੁਰੂ ਦਾ ਹੀ ਲਿਖਿਆ ਹੈ, ਤੇ ਜਿਹੜਾ ਤੁਸੀਂ ਹੁਣ ਗ੍ਰੰਥ ਰੱਖਣਾ ਹੈ, ਗ੍ਰੰਥ ਦੇ ਮੁਕਾਬਲੇ ਤੇ ਜਿਹੜੀਆਂ ਗੱਲਾਂ ਪਹਿਲੇ ਗ੍ਰੰਥ 'ਚ ਕਹੀਆਂ ਗਈਆਂ ਵੀ ਇਹ ਨਹੀਂ ਕਰਨੀਆਂ, ਉਹ ਦੂਸਰੇ ਗ੍ਰੰਥ 'ਚ ਲਿਖ ਦਿਓ ਵੀ ਇਹ ਕਰਨੀਆਂ ਵਾ।
ਤਾਂ ਕਿ ਕੌਮ ਦੁਬਦਾ 'ਚ ਪੈ ਜੇ ਤੇ ਕੌਮ ਲੜ ਲੜ ਕੇ ਮਰ ਜਾਵੇ, ਇਹ ਆਪਣੇ ਧਰਮ ਦਾ ਵਿਕਾਸ ਨਾ ਕਰ ਸਕਣ। ਮੈਂ ਪਿਛਲੀ ਵਾਰੀ ਉਦਾਹਰਨ ਦਿੱਤੀ ਸੀ ਇੱਕ, ਕਿ ਗੁਰੂ ਅਰਜਨ ਦੇਵ ਨੇ ਖੁਦ ਲਿਖਿਆ ਹੈ ਗੁਰਬਾਣੀ 'ਚ ਕਿ ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਧੰਨਾ ਜੱਟ ਭਗਤੀ ਕਰਨ ਲੱਗ ਪਿਆ ਤੇ ਉਹਨੂੰ ਮਿਲੇ ਪ੍ਰਤੱਖ ਗਸਾਈਆਂ। ਇਹ ਗੁਰੂ ਅਰਜਨ ਦੇਵ ਦੀ ਲਿਖਤ ਹੈ। ਤੇ ਧੰਨੇ ਭਗਤ ਨੇ ਖੁਦ ਲਿਖਿਆ ਕਿ ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਗੁਰੂ ਅਰਜਨ ਦੇਵ ਤੋਂ ਵੀ ਧੰਨੇ ਭਗਤ ਦੀ ਆਪਣੀ ਕਲਮ ਤਾਂ ਬਹੁਤ ਵੱਡਾ ਸਬੂਤ ਰੱਖਦੀ ਹੈ ਨਾ। ਤੇ ਧੰਨੇ ਭਗਤ ਨੇ ਖੁਦ ਲਿਖਿਆ ਕਿ ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਮੈਂ ਸੰਤਾਂ ਨੂੰ ਮਿਲ ਕੇ ਤੇ ਧਰਤੀ ਦਾ ਜਿਹੜਾ ਆਸਰਾ ਪਰਮੇਸ਼ਰ ਉਹਦਾ ਨਾਮ ਧਨ ਪ੍ਰਾਪਤ ਕੀਤਾ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਤੇ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਉਹ 'ਚ ਲਿਖਿਆ ਵੀ ਉਹਨੇ ਪੱਥਰ ਦੀ ਪੂਜਾ ਕੀਤੀ, ਪੱਥਰ ਨੂੰ ਭੋਗ ਲਵਾਇਆ ਤੇ ਪੱਥਰ ਵਿੱਚੋਂ ਰੱਬ ਨੂੰ ਪਾਇਆ। ਇਹ ਸਾਨੂੰ ਸ਼ਾਸਤਰ ਦੇ ਨਾਲ ਮਾਰਿਆ ਗਿਆ। ਜਿਨ੍ਹਾਂ ਲੋਕਾਂ ਨੂੰ ਬਾਣੀ ਨਹੀਂ ਮੰਨਦੀ, ਦੇਵੀ ਦੇਵਤਿਆਂ ਨੂੰ, ਪੈਗੰਬਰਾਂ ਨੂੰ, ਅਵਤਾਰਾਂ ਨੂੰ, ਉਹਨਾਂ ਅਵਤਾਰਾਂ ਦੀ ਵਡਿਆਈ ਲਿਖ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਇੱਕ ਗ੍ਰੰਥ ਰੱਖਿਆ ਗਿਆ। ਇਸ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ, ਉਸ ਗ੍ਰੰਥ ਦੇ 1428 ਨੇ। ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਵੇ ਫਿਰ ਸ਼ਸਤਰ ਸੇ ਮਾਰੋ। ਪਰ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਵੀ ਅਸੀਂ ਉਹ ਮੱਸਿਆ ਸੰਗਰਾਂਦਾਂ ਪੁੰਨਿਆਂ ਜੀ ਅੱਜ ਅਸੀਂ ਤਾਂ ਕਰਮ ਕਾਂਡ ਛੱਡਿਆ ਹੀ ਨਹੀਂ। ਜਿਹੜੀਆਂ ਗੱਲਾਂ ਗੁਰੂ ਪੀਰਾਂ ਨੇ ਸਾਨੂੰ ਕਹੀਆਂ ਸੀ ਤੁਸੀਂ ਨਾ ਕਰਿਓ ਜੇ, ਨਾ ਸੰਗਰਾਂਦਾਂ ਮਨਾਇਓ, ਨਾ ਮੱਸਿਆ ਮਨਾਇਓ ਜੇ, ਤੇ ਅੱਜ ਕਿਹੜਾ ਗੁਰਦੁਆਰਾ ਜਿੱਥੇ ਸੰਗਰਾਂਦ ਨੂੰ ਕਿਹਾ ਨਹੀਂ ਜਾਂਦਾ ਪਵਿੱਤਰ ਦਿਹਾੜਾ ਹੈ। ਸੰਗਰਾਂਦ ਇੱਕ ਸੂਰਜ ਦੇਵਤੇ ਦੀ ਪੂਜਾ ਹੈ। ਕੀ ਸਿੱਖ ਸੂਰਜ ਦੇਵਤੇ ਦਾ ਪੁਜਾਰੀ ਹੋ ਗਿਆ? ਫਿਰ ਮੈਂ ਕਹਿ ਦਿਆਂ ਵੀ 10-10 ਰੁਪਈਏ ਗ੍ਰੰਥੀ ਇਕੱਠਾ ਕਰਕੇ 1 ਕਿਲੋ ਦੀ ਦੇਗ ਬਣਾਉਂਦਾ ਹੈ। ਤੇ ਇਹ ਕਿਹੜੇ ਲੋਕ ਨੇ ਜਿਹੜੇ ਸੜਕਾਂ 'ਤੇ ਲੱਖਾਂ ਰੁਪਈਆਂ ਦਾ ਲੰਗਰ ਲਾਉਂਦੇ ਨੇ? ਗ੍ਰੰਥੀ ਵਾਸਤੇ 100 ਰੁਪਈਆ ਨਹੀਂ ਇਹਨਾਂ ਕੋਲ, ਤੇ ਸੜਕਾਂ 'ਤੇ ਬਰਬਾਦ ਕਰਨ ਵਾਸਤੇ, ਲੰਗਰ ਬਰਬਾਦ ਕਰਨ ਵਾਸਤੇ ਕਰੋੜਾਂ ਰੁਪਈਆ ਲਾ ਦਿੰਦੇ ਸਾਡੀ ਕੌਮ। ਤੇ ਗ੍ਰੰਥੀ 10-10 ਰੁਪਈਏ ਇਕੱਠੇ ਕਰਦਾ ਦੇਗ ਵਾਸਤੇ, ਘਰ ਘਰ ਜਾਂਦਾ ਵੀ ਅੱਜ ਸੰਗਰਾਂਦ ਦਾ, ਉਸ ਸਿਰ 10-10 ਰੁਪਈਏ ਦੇ ਦਿਓ ਸਾਨੂੰ ਭਾਈ। ਇਹ ਕੀ ਹੋ ਰਿਹਾ? ਇਹ ਸਾਨੂੰ ਸ਼ਾਸਤਰ ਦੇ ਨਾਲ ਮਾਰਿਆ ਗਿਆ। ਖੈਰ, ਇਹ ਲੰਮੀ ਚੌੜੀ ਵਿਚਾਰ ਉਦੋਂ ਹੋਈ ਸੀ। ਤੇ ਇਹ ਜਿਹੀਆਂ ਗੱਲਾਂ ਫਿਰ ਜਿਹੜੀਆਂ ਹੁੰਦੀਆਂ ਬਈ ਕੌਮ 'ਚ ਦੁਬਦਾ ਪੈਦਾ ਕਰਦੀਆਂ ਨੇ। ਮੈਂ ਕੋਈ ਦੁਬਦਾ ਪੈਦਾ ਨਹੀਂ ਕਰਨ ਦਿਆ, ਮੈਂ ਤਾਂ ਜੋ ਹੈ ਦੱਸ ਦਿੱਤਾ। ਜਿਹਨੂੰ ਕੋਈ ਮੰਨਦਾ ਮੰਨੇ, ਨਹੀਂ ਮੰਨਦਾ ਨਾ ਮੰਨੇ, ਭਾਈ ਸਾਡਾ ਕੀ ਮਤਲਬ ਹੈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਂਦੇ ਹਾਂ ਤੇ ਇੱਥੇ ਹੀ ਝੁਕਣਾ, ਹੋਰ ਕਿਤੇ ਨੂੰ ਝੁਕਣਾ ਨਹੀਂ ਹੈ। ਆਓ ਅੱਜ ਅਸੀਂ ਜਿਸ ਟੌਪਿਕ 'ਤੇ ਗੱਲ ਕਰਨੀ ਹੈ, ਇਹ ਗੱਲਾਂ ਹੋ ਗਈਆਂ ਹੁਣ ਉਦਣ ਦੇ ਨਾਲ ਸੰਬੰਧ ਰੱਖਣ ਵਾਲੀਆਂ। 10 ਮਿੰਟ ਆਪਾਂ ਲਾ ਲਏ ਨੇ। ਅੱਜ ਅਸੀਂ ਇੱਕ ਭਗਤ ਕਬੀਰ ਸਾਹਿਬ ਦਾ ਸ਼ਬਦ ਲਿਆ ਹੈ ਕਿ ਮਨੁੱਖ ਦੇ ਕੋਲ ਅੱਜ ਸਭ ਕੁਛ ਵਾ। ਕੋਠੀਆਂ ਨੇ, ਕਾਰਾਂ ਨੇ, ਕਾਰੋਬਾਰ ਨੇ, ਧਨ ਦੌਲਤ ਆ, ਰੋਟੀ ਪਾਣੀ ਆ, ਸਭ ਕੁਛ ਵਾ। ਮੈਂ ਉਹ ਦਿਨ ਐਤਵਾਰ ਵੀ ਇੱਕ ਸੰਗਤ ਨੂੰ ਗੱਲ ਕਹੀ ਸੀ ਵੀ ਵੇਖੋ ਸਾਡੇ ਕੋਲ ਵੱਡੀਆਂ ਵੱਡੀਆਂ ਕੋਠੀਆਂ ਨੇ ਤੇ ਵੱਡੇ ਵੱਡੇ ਸੌਣ ਦੇ ਸਾਡੇ ਕੋਲ ਪ੍ਰਬੰਧ ਨੇ, ਪਰ ਨੀਂਦ ਸਾਨੂੰ ਆਉਂਦੀ ਨਹੀਂ ਆ। ਤੇ ਆਹ ਪੰਛੀਆਂ ਦੇ ਕੋਲ ਕੋਈ ਕੋਠਾ ਨਹੀਂ ਗਾ, ਕੋਈ ਘਰ ਨਹੀਂ ਗਾ, ਰੁੱਖ 'ਤੇ ਸੌਂ ਜਾਂਦੇ ਨੇ। ਸਾਨੂੰ ਕੋਠੀਆਂ 'ਚ ਨਹੀਂ ਨੀਂਦ ਆਉਂਦੀ, ਉਹ ਰੁੱਖਾਂ 'ਤੇ ਸੌਂ ਜਾਂਦੇ ਨੇ। ਸਾਡੇ ਨੂੰ ਚੰਗੇ ਆ ਨਾ ਭਾਈ। ਉਹ ਮਹਾਰਾਜ ਦਾ ਬਚਨ ਨਹੀਂ ਆਉਂਦਾ ਇੱਕ, ਪਰਿੰਦੇ ਨਾ ਗਰਾ ਜਰ ਦਰਖਤ ਆਬ ਹਾਸ ਕਰ ਦਹੰਦ ਸੋਈ ਇੱਕ ਤੂੰ ਹੀ ਇੱਕ ਤੂੰ ਹੀ। ਧਨ ਦੌਲਤ ਹੁੰਦਿਆਂ ਹੋਇਆਂ ਵੀ, ਪੈਸੇ ਦਾ ਅੰਬਾਰ ਲੱਗਾ ਹੋਇਆ ਵਾ, ਪਰ ਮਨ ਸ਼ਾਂਤ ਕਿਉਂ ਨਹੀਂ ਆ? ਮਨ ਭਟਕ ਕਿਉਂ ਰਿਹਾ ਹੈ?
ਤੇ ਕਬੀਰ ਸਾਹਿਬ ਨੇ ਆਖਿਆ ਮੈਂ ਵੀ ਕਿਤੇ ਭਟਕ ਰਿਹਾ ਸੀ ਲੋਕੋ, ਜਿੱਦਾਂ ਤੁਸੀਂ ਭਟਕ ਰਹੇ ਹੋ ਨਾ, ਸਭ ਕੁਝ ਹੁੰਦਿਆਂ ਹੋਇਆਂ ਕਬੀਰ ਦੀ ਤੇ ਭੜੋਲੀ 'ਚ ਆਟਾ ਵੀ ਨਹੀਂ ਸੀ। ਸਾਡੀਆਂ ਤੇ ਭੜੋਲੀਆਂ ਵੀ ਭਰੀਆਂ ਹੋਈਆਂ ਨੇ। ਕਬੀਰ ਦੀ ਤੇ ਜੇਬ ਵੀ ਖਾਲੀ ਸੀ, ਸਾਡੀਆਂ ਤੇ ਬੈਂਕਾਂ ਵੀ ਭਰੀਆਂ ਹੋਈਆਂ ਨੇ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਿਸੇ ਨੇ ਪੁੱਛਿਆ ਕਬੀਰ ਸਾਹਿਬ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ? ਹਾਲਾਂਕਿ ਤ੍ਰਿਸ਼ਨਾ ਤਾਂ ਬੁੱਝਦੀ ਨਹੀਂ ਕਿਸੇ ਦੀ। ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ ਬੂਝੀ, ਤ੍ਰਿਸ਼ਨਾ ਵਿਰਲੇ ਹੀ ਕੇ ਬੂਝੀ ਹੈ। ਕੋਟ ਜੋੜੇ ਲਾਖ ਕਰੋੜੇ ਮਾਨਾ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਜਿਸ ਦੀ ਜੇਬ ਵਿੱਚ 100 ਰੁਪਈਆ ਉਹ 1000 ਰੁਪਈਆ ਪਾਉਣਾ ਚਾਹੁੰਦਾ, ਜਿਹਦੇ ਕੋਲ 1000 ਰੁਪਈਆ ਉਹ ਲੱਖ ਰੁਪਈਆ ਪਾਉਣਾ ਚਾਹੁੰਦਾ, ਜਿਹਦੇ ਕੋਲ ਲੱਖ ਰੁਪਈਆ ਉਹ ਕਰੋੜ ਇਕੱਠਾ ਕਰਨਾ ਚਾਹੁੰਦਾ। ਰੁਕਦਾ ਥੋੜਾ ਕੋਈ ਕਿਤੇ ਹੈਗਾ। ਤੇ ਕਬੀਰ ਨੂੰ ਪੁੱਛਿਆ ਵੀ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ ਆ? ਹਾਲਾਂਕਿ ਇਹ ਤੇ ਵੱਡਿਆਂ ਵੱਡਿਆਂ ਦੀ ਨਹੀਂ ਬੁੱਝਦੀ। ਤੇ ਕਬੀਰ ਸਾਹਿਬ ਨੇ ਤਾਂ ਅੱਜ ਹੀ ਸ਼ਬਦ ਜਿਹੜਾ ਲੈਣਾ, ਉਹਦੇ 'ਚ ਨਾ ਕਿਹਾ ਵੀ ਤ੍ਰਿਸ਼ਨਾ ਕਿਵੇਂ ਬੁੱਝ ਸਕਦੀ ਹੈ ਬੰਦੇ ਦੀ। ਤਰੀਕਾ ਦੱਸਿਆ ਕਬੀਰ ਨੇ। ਅਬ ਮੋਹਿ ਜਲਤਾ, ਕਹਿਣ ਲੱਗੇ ਜਿਸ ਤਰ੍ਹਾਂ ਤੁਸੀਂ ਸੜਦੇ ਹੋ ਨਾ ਦੁਨੀਆਦਾਰੋ, ਕਬੀਰ ਸਾਹਿਬ ਕਹਿੰਦੇ ਮੈਂ ਵੀ ਸੜਦਾ ਹੁੰਦਾ ਸੀ ਤੁਹਾਡੇ ਵਾਂਗੂ, ਪਰ ਮੇਰਾ ਸਾੜਾ, ਮੇਰੀ ਤ੍ਰਿਸ਼ਨਾ ਬੁੱਝ ਗਈ ਆ। ਤੇ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ ਹੈ? ਤ੍ਰਿਸ਼ਨਾ ਬੁੱਝ ਗਈ, ਗਈ ਮਿਲ ਸਾਧ ਜਨਾ। ਗੁਰੂ ਅਰਜਨ ਦੇਵ ਨੇ ਆਖਿਆ ਵੀ ਮੇਰੀ ਵੀ ਤ੍ਰਿਸ਼ਨਾ ਬੁੱਝ ਗਈ ਆ। ਤੇ ਗੁਰੂ ਅਰਜਨ ਦੇਵ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ ਆ? ਮਰ ਤਿਸ ਬੁੱਝ ਗਈ, ਤਿਖ ਬੂਝ ਗਈ, ਗਈ ਮਿਲ ਸਾਧ ਜਨਾ। ਸਾਧ ਇੱਕ ਸ਼ਾਂਤੀ ਹੁੰਦਾ, ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਸਾਧ ਦੇ ਕੋਲ ਬਹੁਤ ਵੱਡੀ ਸ਼ਾਂਤੀ ਹੁੰਦੀ ਆ। ਤੇ ਜਦੋਂ ਸਾਧ ਦੇ ਕੋਲ ਕੋਈ ਬਹਿੰਦਾ ਤੇ ਉਹਦੀ ਤ੍ਰਿਸ਼ਨਾ ਤਿਖ ਬੁੱਝ ਗਈ, ਗਈ ਮਿਲ ਸਾਧ ਜਨਾ। ਉਹ ਜਿੱਦਾਂ ਇੱਕ ਗੁਰੂ ਕੀ ਬਾਣੀ ਦਾ ਵਾਕ ਆਉਂਦਾ ਵੀ ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਏ, ਜਮ ਕੰਕਰ ਨੇੜ ਨਾ ਆਵੇ ਫਿਰ ਬੌੜ ਨਾ ਮਰੀਏ। ਸਾਧ ਦੇ ਕੋਲ ਬੈਠ ਕੇ ਤੁਹਾਨੂੰ ਠੰਡ ਨਾ ਮਿਲੇ, ਇਹਦਾ ਮਤਲਬ ਸਾਧ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਕੋਲ ਵੱਡੇ ਵੱਡੇ ਜਦੋਂ ਕੋਈ ਤ੍ਰਿਸ਼ਨਾਲੂ ਲੋਕ ਵੀ ਬੈਠਦੇ ਸੀ ਤਾਂ ਸ਼ਾਂਤ ਹੋ ਜਾਂਦੇ ਸੀ, ਕਾਰੂ ਬਾਦਸ਼ਾਹ ਵਰਗੇ ਵੀ। ਤੇ ਗੁਰੂ ਅਰਜਨ ਦੇਵ ਕਹਿੰਦੇ ਤਿਖ ਬੂਝ ਗਈ, ਮੇਰੀ ਤ੍ਰਿਸ਼ਨਾ ਬੁੱਝ ਗਈ ਆ। ਗਈ ਮਿਲ ਸਾਧ ਜਨਾ, ਜਦੋਂ ਸਾਧਾਂ ਦਾ ਦਰਸ਼ਨ ਕੀਤਾ, ਸਾਧਾਂ ਦੇ ਕੋਲ ਬੈਠੇ ਤੇ ਉਦੋਂ ਤ੍ਰਿਸ਼ਨਾ ਬੁੱਝ ਗਈ। ਜੇ ਅਸੀਂ ਬਵਾਂਗੇ ਉਹਦੇ ਕੋਲ ਜਾਂ ਤੁਸੀਂ 10,000 ਜਮ੍ਹਾਂ ਕਰਾ ਦਿਓ ਤੇ ਅਗਲੇ ਸਾਲ ਤੁਹਾਨੂੰ 15 ਦੇ ਦਿਆਂਗੇ, ਇੱਥੇ ਥੋੜਾ ਤ੍ਰਿਸ਼ਨਾ ਹੁਣ ਇਹਨਾਂ ਲੋਕਾਂ ਕੋਲ ਬਹਿ ਕੇ ਥੋੜਾ ਤ੍ਰਿਸ਼ਨਾ ਬੁੱਝਣੀ ਆ ਵੀ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾ ਦਿਓ, ਮਰਨ ਤੋਂ ਬਾਅਦ ਤੁਹਾਨੂੰ ਇੰਨੇ ਮਿਲ ਜਾਣਗੇ। ਲੋ ਮਰਨ ਤੋਂ ਬਾਅਦ ਆਉਂਦੇ ਵੀ ਚਿੰਤਾ ਸਾਨੂੰ ਲੱਗੀ ਹੋਈ ਆ। ਇਹੋ ਜਿਹੇ ਵਿਅਕਤੀਆਂ ਦੇ ਕੋਲ ਬੈਠ ਕੇ ਬੰਦਾ ਸ਼ਾਂਤ ਨਹੀਂ ਹੋ ਸਕਦਾ। ਹਾਂ ਮਾਰ ਕਹਿੰਦੇ ਆ ਤਿਖ ਬੂਝ ਗਈ, ਗਈ ਮਿਲ ਸਾਧ ਜਨਾ। ਸਾਧਾਂ ਦੇ ਕੋਲ ਬੈਠਿਆਂ ਇਹ ਤ੍ਰਿਸ਼ਨਾ ਬੁੱਝ ਗਈ। ਕਿਉਂਕਿ ਮਹਾਰਾਜ ਦੇ ਇੱਕ ਬਚਨ ਆਉਂਦਾ ਹੈ, ਆਸਤ ਦੁਨੀਆ, ਦੁਨੀਆ ਕੀ ਹੈ? ਅੱਗ। ਅੱਗ ਤੋਂ ਬਿਨਾਂ ਦੁਨੀਆ 'ਚ ਕੱਖ ਨਹੀਂ ਹੈ। ਕਿਸੇ ਨੂੰ ਮਾੜਾ ਹੀ ਛੇੜ ਕੇ ਵੇਖ ਲਓ ਕਿੱਦਾਂ ਅੰਦਰ ਹੈ, ਕ੍ਰੋਧ ਦੀ ਅਗਨੀ ਮਾਰਦੀ ਭਾਂਬਾਂ। ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਸਿੱਧੋ ਤੁਸੀਂ ਸਿੱਧ ਸੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਗੁਣੀ ਗਿਆਨੀ ਹੋ ਕੇ ਪਰਬਤਾਂ 'ਚ ਜਾ ਕੇ ਛਿਪ ਕੇ ਲੋਕਾਂ ਨੂੰ ਉਪਦੇਸ਼ ਦਿਓ। ਤੇ ਸਿੱਧ ਕਹਿਣ ਲੱਗੇ ਬਾਬਾ ਜੀ ਉੱਥੇ ਤਾਂ ਅੱਗ ਲੱਗੀ ਹੋਈ ਉਹਨਾਂ ਨੂੰ, ਉਹ ਤੇ ਸੜਨ ਦਾ ਨੇ, ਤੇ ਅਸੀਂ ਉਹਨਾਂ ਕੋਲ ਜਾ ਕੇ ਅਸੀਂ ਵੀ ਸੜਨਾ। ਤੇ ਬਾਬਾ ਜੀ ਕਹਿਣ ਲੱਗੇ ਨਹੀਂ, ਬਚ ਕੇ ਰਹੀਦਾ ਹੁੰਦਾ। ਤੇ ਸਿੱਧਾ ਨੇ ਫਿਰ ਸਵਾਲ ਕਰਤਾ ਬਾਬਾ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ, ਹਿਵੇ ਕਾ ਘਰ, ਹਿਵ ਕਹਿੰਦੇ ਨੇ ਬਰਫ਼ ਨੂੰ, ਕੋਈ ਬਰਫ਼ ਦਾ ਘਰ ਬਣਿਆ ਹੋਵੇ, ਜਿੱਦਾਂ ਉਹ ਇੱਧਰ ਜੰਮੂ ਵਾਲੋ ਸ਼ਿਵਲਿੰਗ ਬਣ ਜਾਂਦਾ ਬਰਫ਼ ਦਾ। ਇਹ ਤੁਸੀਂ 2-4 ਦਿਨ ਫਰਿੱਜ ਬੰਦ ਰੱਖੋ ਤੇ ਫਰਿੱਜ ਦੇ ਅੰਦਰ ਹੀ ਬਣ ਜਾਂਦਾ ਵਾ।
ਉੱਥੇ ਜਾਣ ਦੀ ਲੋੜ ਹੀ ਕੋਈ ਨਹੀਂ ਹੈ। ਬਰਫ਼ ਦਾ ਜੰਮ ਜਾਂਦੀ ਫਰਿੱਜ ਦੇ ਅੰਦਰ, ਇਹ ਕਿਹੜੀ ਵੱਡੀ ਗੱਲ ਆ ਕੋਈ। ਸਿੱਧਾ ਨੇ ਆਖਿਆ ਹਿਵੇ ਕਾ ਕਰ ਮੰਦਰ, ਕੋਈ ਬਰਫ਼ ਦਾ ਕੋਈ ਘਰ ਬਣਿਆ ਹੋਵੇ ਤੇ ਅਗਨ ਪਿਰਾਹਣ, ਤੇ ਉਹਦੇ ਆਲੇ ਦੁਆਲੇ, ਬਰਫ਼ ਦੇ ਆਲੇ ਦੁਆਲੇ ਅੱਗ ਬਾਲ ਦਿਓ, ਤੇ ਕਵਣ ਗੁਫਾ ਜਿਤ ਰਹੇ ਵਾਹਣ। ਹੁਣ ਸਾਨੂੰ ਇਹ ਦੱਸੋ, ਸਿੱਧ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ, ਕੋਈ ਬਰਫ਼ ਦਾ ਘਰ ਬਣਿਆ ਹੋਵੇ ਤੇ ਉਹਦੇ ਆਲੇ ਦੁਆਲੇ ਅੱਗ ਬਾਲ ਦਿੱਤੀ ਜਾਵੇ, ਉਹ ਖੁਰੂਗਾ ਕਿ ਬਚ ਕੇ ਰਹੂਗਾ? ਬਾਬਾ ਜੀ ਕਹਿੰਦੇ ਤੇ ਖੁਰ ਜਾਣਾ। ਤੇ ਸਿੱਧ ਕਹਿਣ ਲੱਗੇ ਜੀ ਇਹਨਾਂ ਖੁਰ ਜਾਣਾ, ਤੇ ਜਦੋਂ ਅਸੀਂ ਸੜਿਆਂ ਲੋਕਾਂ ਦੇ ਕੋਲ ਜਾਵਾਂਗੇ ਤੇ ਜਦ ਉਹ ਨਾ ਸਾਨੂੰ ਸਾੜਨਗੇ। ਇਸ ਕਰਕੇ ਮਾਰ ਕਹਿੰਦੇ ਆਸਤ ਦੁਨੀਆ, ਦੁਨੀਆ ਅੱਗ ਵਾ, ਤੇ ਪਰ ਖੁਣਕ ਨਾਮ ਖੁਦਾਇਆ। ਜੇ ਦੁਨੀਆ ਅੱਗ ਵਾ ਨਾ, ਤੇ ਰੱਬ ਦਾ ਨਾਮ ਠੰਡਾ ਹੈ ਧਰਤੀ ਉੱਤੇ। ਰੱਬ ਦਾ ਇਹ ਅਸੂਲ ਵਾ, ਜੇ ਉਹਨੇ ਤਪਦਾ ਸੂਰਜ ਬਣਾਇਆ ਤੇ ਉਹਨੇ ਠੰਡਾ ਚੰਦਰਮਾ ਵੀ ਬਣਾ ਦਿੱਤਾ। ਜਿਹਨੇ ਉਹਨੇ ਜੇਠ ਹਾੜ ਤਪਦਿਆ ਬਣਾਇਆ ਤੇ ਸੌਣ ਭਾਦੋ ਉਹਨੇ ਠੰਡਾ ਵੀ ਬਣਾ ਦਿੱਤਾ। ਇਹ ਉਹਦਾ ਅਸੂਲ ਹੈ। ਉਹਨੇ ਇਸਤਰੀ ਬਣਾਈ ਆ, ਮਰਦ ਬਣਾਤਾ। ਜੇ ਉਹਨੇ ਦਿਨ ਬਣਾਇਆ ਤੇ ਉਹਨੇ ਰਾਤ ਬਣਾ ਦਿੱਤੀ ਹੈ। ਜਿੱਦਾਂ ਹੁਣ ਪੱਤ ਝਾੜ ਹੈ ਤੇ ਮੁੜ ਕੇ ਬਸੰਤ ਬਹਾਰ ਹੈ, ਇੱਕ ਦੇ ਮੁਕਾਬਲੇ ਤੇ ਦੂਸਰਾ ਵਾ। ਜੇ ਦੁਨੀਆ ਅੱਗ ਵਾ, ਆਸਤ ਦੁਨੀਆ, ਤੇ ਫਿਰ ਠੰਡੀ ਕਿਹੜੀ ਚੀਜ਼ ਹੈ? ਕਿਉਂਕਿ ਮਨੁੱਖ ਠੰਡਾ ਹੋਣਾ ਚਾਹੀਦਾ। ਮਨੁੱਖ ਤੜਫ ਰਿਹਾ ਹੈ। ਇਹ ਤ੍ਰਿਸ਼ਨਾ ਦੀ ਅੱਗ ਦੇ ਨਾਲ, ਇਹ ਕ੍ਰੋਧ ਅਗਨੀ ਦੇ ਨਾਲ, ਇਹ ਕਾਮ ਅਗਨੀ ਦੇ ਨਾਲ ਮਨੁੱਖ ਤਪ ਰਿਹਾ ਹੈ, ਤਪਸ ਰਿਹਾ ਹੈ, ਠੰਡਾ ਹੋਣਾ ਚਾਹੁੰਦਾ ਹੈ। ਤੇ ਫਿਰ ਕਿਸ ਤਰ੍ਹਾਂ ਠੰਡਾ ਹੋਵੇ? ਆਸਤ ਦੁਨੀਆ, ਜੇ ਬੰਦਿਆ ਤੂੰ ਦੁਨੀਆ ਵਾਲੇ ਪਾਸੇ ਲੱਗਾ ਰਹੇ ਹੋ ਤੇ ਦੁਨੀਆ ਤੇ ਅੱਗ ਵਾ, ਤੇ ਤੇਰੇ ਅੰਦਰ ਅੱਗ ਵੱਧਦੀ ਜਾਣੀ ਆ, ਵੱਧਦੀ ਜਾਣੀ ਆ ਅੱਗ। ਤੇ ਜੇ ਤੂੰ ਥੋੜਾ ਜਿਹਾ ਸਮਾਂ ਕੱਢ ਕੇ ਖੁਣਕ ਨਾਮ ਖੁਦਾਇਆ, ਖੁਣਕ ਕਹਿੰਦੇ ਨੇ ਠੰਡੇ ਨੂੰ। ਦੇਖੋ ਹੁਣ ਜਦੋਂ ਜੇਠ ਹਾੜ ਹੁੰਦਾ, ਗਰਮੀ ਹੁੰਦੀ, ਆਪਾਂ ਕੀ ਕਰਦੇ? ਠੰਡੇ ਪਾਣੀ ਪੀਨੇ, ਠੰਡੇ ਥਾਵਾਂ ਤੇ ਬਹਿੰਦੇ ਆ ਤਾਂ ਕਿ ਸਰੀਰ ਤਪ ਨਾ ਜਾਵੇ। ਤੇ ਜੇ ਦੁਨੀਆ ਅੱਗ ਨਾਲ ਭਰੀ ਪਈ ਆ ਤੇ ਮਨ ਨੂੰ ਠੰਡਾ ਰੱਖਣਾ, ਤੇ ਇਹਨੂੰ ਠੰਡੀ ਚੀਜ਼ ਦੇਣੀ ਪੈਣੀ ਮਨ ਨੂੰ। ਤੇ ਠੰਡੀ ਚੀਜ਼ ਕਿਹੜੀ ਹੈ ਮਨ ਵਾਸਤੇ? ਖੁਣਕ ਨਾਮ ਖੁਦਾਇਆ। ਇੱਕ ਤੇ ਰੱਬ ਦਾ ਨਾਮ ਠੰਡਾ ਹੈ, ਇੱਕ ਸਾਧੂ ਮਹਾਤਮਾ ਠੰਡੇ ਹੁੰਦੇ ਨੇ। ਤੇ ਦੋਵੇਂ ਕੰਮ ਕਰ ਲਾ ਤੂੰ। ਸਾਧੂ ਮਹਾਤਮਾ ਦੇ ਕੋਲ ਵੀ ਬੈਠ, ਉਹ ਠੰਡੇ ਹੁੰਦੇ ਨੇ। ਪਰ ਹੁਣ ਤੇ ਸਾਧੂ ਮਹਾਤਮਾ ਨੇ ਕੋਲ ਪਿਸਤੌਲ ਰੱਖਿਆ ਹੁੰਦਾ। ਉਹ ਸਾਧੂ ਮਹਾਤਮਾ ਠੰਡੇ ਹੁੰਦੇ ਸੀ ਜਿਨ੍ਹਾਂ ਦੇ ਕੋਲ ਚੁਮਠੇ ਹੁੰਦੇ ਸੀ, ਖੜਤਾਲਾਂ, ਢੋਲਕੀਆਂ, ਸਵੇਰੇ ਸ਼ਾਮੀ ਰੱਬ ਰੱਬ ਕਰਨਾ। ਇਹ ਜਿਹੜੇ ਹੁਣ ਪਿਸਤੌਲ ਰੱਖੇ ਨੇ, ਬੰਦੂਕਾਂ ਰੱਖੀਆਂ, ਸਿਕਿਉਰਿਟੀ ਰੱਖੀ, ਇਹ ਸਾਧ ਨਹੀਂ, ਇਹ ਬਦਮਾਸ਼ ਨੇ। ਮੈਂ ਇਹਨਾਂ ਨੂੰ ਬਦਮਾਸ਼ੀ ਦਾ ਨਾਮ ਦਿੰਦਾ ਨਾ। ਇਹ ਬਦਮਾਸ਼ੀ ਦੇ ਅੱਡੇ ਬਣ ਗਏ ਨੇ ਹੁਣ। ਤੇ ਮਾਰ ਕਹਿੰਦੇ ਇੱਕ ਤੇ ਸਾਧ ਠੰਡੇ ਹੁੰਦੇ, ਉਹਨਾਂ ਕੋ ਵਿਆਹ ਕਰ ਤੂੰ। ਤੇ ਖਬੂਜ ਗਈ ਗਈ ਮਿਲ ਸਾਧ ਜਨਾ। ਤੇ ਦੂਸਰਾ ਚੰਦਨ ਚੰਦ ਨਾ ਸਰਦ ਰੁਕਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਮਾਰ ਕਹਿੰਦੇ ਰੱਬ ਦਾ ਨਾਮ ਠੰਡਾ ਹੈ। ਤੂੰ ਸਵੇਰੇ 2 ਘੰਟੇ ਲਾ, ਘੰਟਾ ਲਾ, ਅੱਧਾ ਘੰਟਾ ਲਾ, ਜਪ ਸਵੇਰੇ ਪਰਮੇਸ਼ਰ ਦਾ ਨਾਮ। ਤੇ ਜਦੋਂ ਤੂੰ ਠੰਡਾ, ਵੇਖੋ ਹੁਣ ਜਦੋਂ ਗਰਮੀ ਹੋਵੇ ਨਾ, ਗਰਮੀ 'ਚ ਮਨੁੱਖ ਨੇ ਤੁਰਨਾ ਹੋਵੇ, ਤੂੰ ਪਾਣੀ ਪੀ ਲੈਂਦਾ ਵੀ ਬਾਹਰ ਗਰਮੀ ਹੈ, ਜਾਂ ਪਾਣੀ ਕੋਲ ਲੈ ਲੈਂਦਾ। ਤੇ ਇੰਨੀ ਤਪਦੀ ਦੁਨੀਆ 'ਚ ਸਾਰੀ ਦਿਹਾੜੀ ਬੰਦਿਆ ਤੂੰ ਵਿਚਰਨਾ, ਤੇ ਸਵੇਰੇ ਠੰਡਾ ਤੂੰ ਰੱਬ ਦਾ ਨਾਮ ਜਪ ਲਿਆ ਕਰ ਥੋੜਾ ਬਹੁਤਾ। ਤੋ ਮਹਾਰਾਜ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੀ ਤ੍ਰਿਸ਼ਨਾ ਕਿਵੇਂ ਬੁੱਝ ਗਈ ਆ? ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋੜੇ ਲਾਹ ਕਰੋੜੇ, ਮਨ ਨਾ ਹੋਰੇ ਪਰੇ ਪਰੇ ਕੋ ਲੁਝੀ ਹੈ। ਤੇ ਕਬੀਰ ਸਾਹਿਬ ਨੇ ਦੱਸਿਆ ਮੈਨੂੰ ਇੱਕ ਚੀਜ਼ ਮਿਲੀ ਆ, ਤੇ ਉਹ ਮੈਂ ਵਰਤ ਲਈ ਆ, ਉਹ ਮੈਂ ਪੀ ਲਈ ਆ, ਤੇ ਮੈਂ ਠੰਡਾ ਹੋ ਗਿਆ।
ਕਿਉਂਕਿ ਜਿਹੜੀ ਕ੍ਰੋਧ ਅਗਨੀ ਆ ਨਾ ਭਾਈ, ਇਹ ਸਾਡੇ ਮਨ ਨੂੰ ਵੀ ਤਪਾਉਂਦੀ ਆ ਤੇ ਸਾਡੇ ਤਨ ਨੂੰ ਵੀ ਤਪਾਉਂਦੀ ਆ। ਜਿਸ ਤਰ੍ਹਾਂ ਕਿਸੇ ਨੇ ਸਾਰ ਕਿਤਾਵਲੀ ਦਾ ਇੱਕ ਕਰਤਾ ਲਿਖਦਾ ਹੈ, ਉਹ ਕਹਿੰਦਾ ਵਾਕ ਸਤ ਕਰ ਧਰਮ ਵਧੇ ਹੈ। ਜਦੋਂ ਕੋਈ ਬੰਦਾ ਸੱਚ ਨੂੰ ਸੱਚ ਦਾ ਧਾਰਨੀ ਹੋ ਜਾਂਦਾ ਤੇ ਉਹਦੇ ਅੰਦਰ ਫਿਰ ਧਰਮ ਵੱਧਦਾ ਹੈ। ਕਿਉਂਕਿ ਝੂਠੇ ਬੰਦੇ ਕੋਲ ਧਰਮ ਨਹੀਂ ਹੁੰਦਾ, ਧਰਮ ਸੱਚਿਆਂ ਦੇ ਕੋਲ ਹੁੰਦਾ ਹੈ। ਬੋਲ ਸੋ ਧਰਮਈਆ ਮੂਣ ਕਥ ਧਾਰੀ ਰਾਮ। ਵਾਕ ਸਤ ਕਰ ਧਰਮ ਵਧੇ ਹੈ। ਜਦੋਂ ਕੋਈ ਸੱਚ ਬੋਲਣ ਲੱਗ ਪੈਂਦਾ, ਮਨ ਉਹਦੇ ਅੰਦਰ ਹੁਣ ਧਰਮ ਦਾ ਬੂਟਾ ਵਧਣ ਲੱਗ ਪਿਆ। ਧਰਮ ਇਹ ਨਹੀਂ ਕੋਈ ਪਾਗਾਂ ਵੱਡੀਆਂ ਬੰਨ ਲਓ ਤੇ ਜਾਂ ਕੋਈ ਡੰਡੇ ਵੱਡੇ ਫੜ ਲਓ ਤੇ ਕੱਪੜੇ ਹੋਰ ਕਿਸਮ ਦੇ ਪੜ ਲਓ। ਇਹ ਧਰਮ ਦੇ ਲਿਬਾਸ ਨੇ, ਧਰਮ ਨਹੀਂ ਹੈ। ਇਹ ਧਰਮ ਦੀ ਵਰਦੀ ਆ, ਧਰਮ ਨਹੀਂ ਹੈ। ਧਰਮ ਕੋਈ ਹੋਰ ਹੁੰਦਾ ਹੈ। ਧਰਮ ਕੀ ਹੁੰਦਾ ਹੈ? ਵਾਕ ਸਤ ਕਰ ਧਰਮ ਵਧੇ ਹੈ। ਜੇ ਬੰਦਿਆ ਤੂੰ ਸੱਚ ਬੋਲਣ ਦੀ ਜੁਰਤ ਰੱਖਦਾ ਹੈ ਤੇ ਤੇਰੇ ਅੰਦਰ ਧਰਮ ਦਾ ਬੂਟਾ ਵੱਧ ਰਿਹਾ ਹੈ। ਤੇ ਜੇ ਤੂੰ ਕਥਾ ਕਰਦਿਆਂ ਵੀ ਝੂਠ ਬੋਲੀ ਜਾਂਦਾ ਹੈ ਤੇ ਲੋਕਾਂ ਨੂੰ ਭੜਕਾਈ ਜਾਂਦਾ ਹੈ, ਤੂੰ ਧਰਮੀ ਨਹੀਂ ਹੈ। ਸਾਡੀ ਕੌਮ ਦੇ ਵੱਡੇ ਵੱਡੇ ਗਿਆਨੀ ਵੀ ਨਹੀਂ ਸੱਚ ਬੋਲ ਸਕੇ। ਕਿਉਂ? ਉਹਨਾਂ ਨੂੰ ਸਟੇਜਾਂ ਚਾਹੀਦੀਆਂ ਸੀ, ਉਹਨਾਂ ਨੂੰ ਸਪਾਂਸਰਾਂ ਚਾਹੀਦੀਆਂ ਸੀ ਵਿਦੇਸ਼ਾਂ ਦੀਆਂ। ਉਹਨਾਂ ਆਖਿਆ ਜੋ ਲੋਕੀ ਜਾਂਦੇ ਢੱਠੇ ਖੂਹ 'ਚ, ਤੁਸੀਂ ਆਪਣਾ ਮਕਸਦ ਉੱਲੂ ਸਿੱਧਾ ਕਰੋ। ਤੁਸੀਂ ਪਟਨਾ ਸਾਹਿਬ ਪਖੰਡ ਹੋ ਰਿਹਾ ਹੈ, ਹਜੂਰ ਸਾਹਿਬ ਪਖੰਡ ਹੋ ਰਿਹਾ। ਕਦੀ ਗਿਆਨੀ ਸੰਤ ਮਸਕੀਨ ਸਿੰਘ ਨੇ ਇੱਕ ਸ਼ਬਦ ਨਹੀਂ ਆਪਣੀ ਜ਼ੁਬਾਨ 'ਚੋਂ ਕੱਢਿਆ ਵੀ ਇਹ ਗੁਰੂ ਘਰ ਪਖੰਡ ਕਿਉਂ ਕੀਤਾ ਜਾ ਰਿਹਾ ਹੈ। ਮੈਂ ਪਹਿਲੋਂ ਵੀ ਕਿਹਾ ਸੀ ਨਾ, ਪਹਿਲੇ ਸ਼ਾਸਤਰ ਸੇ ਮਾਰੋ, ਧਰਮ ਗ੍ਰੰਥ ਨਾ ਮਾਰੋ ਇਹਨਾਂ ਲੋਕਾਂ ਨੂੰ। ਧਰਮ ਗ੍ਰੰਥ ਵੀ ਵਿਗਾੜ ਪੈਦਾ ਕਰ ਦਿਓ, ਧਰਮ ਗ੍ਰੰਥ ਦੀਆਂ ਪਰੰਪਰਾਵਾਂ ਬਦਲ ਕੇ ਰੱਖ ਦਿਓ। ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਖੰਡਨ ਕੀਤਾ, ਕਰਨੀ ਨਹੀਂ ਹੈ ਆਰਤੀ। ਆਰਤੀ ਹੋ ਰਹੀ ਹੈ, ਕੈਸੀ ਆਰਤੀ ਹੋਏ। ਜਿਹੜੇ ਕਰ ਰਹੇ ਸੀ ਆਰਤੀ, ਬਾਬਾ ਜੀ ਨੇ ਆਖਿਆ ਨਾ ਭਾਈ ਆਰਤੀ ਕਰਨੀ ਨਹੀਂ ਹੈ, ਆਰਤੀ ਤਾਂ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਤੇ ਜੇ ਅਸੀਂ ਬਾਬੇ ਨੇ ਉਹਨਾਂ ਨੂੰ ਵਰਜਿਆ ਸੀ ਆਰਤੀ ਨਹੀਂ ਕਰਨੀ, ਤੇ ਬਾਬਾ ਅੱਜ ਤੇਰੇ ਦਰ ਤੇ ਆਰਤੀਆਂ ਹੋ ਰਹੀਆਂ ਨੇ, ਦੀਵੇ ਜਗ ਰਹੇ ਨੇ। ਕਦੀ ਇੱਕ ਸ਼ਬਦ ਨਹੀਂ ਸਾਡੇ ਗਿਆਨੀਆਂ ਨੇ ਬੋਲਿਆ, ਕਿਉਂਕਿ ਇਹਨਾਂ ਨੂੰ ਖਤਰਾ ਵੀ ਸਟੇਜ ਚਲ ਜਾਣੀ ਸਾਡੀ। ਉਹ ਕਿਸੇ ਨੇ ਗੀਤ ਜਿਹਾ ਪਿੱਛੇ ਗਾਇਆ ਸੀ, ਇੱਕ ਬਾਬਾ ਲੋਕਾਂ ਦੇ ਮੱਕੇ ਤਾਂ ਫੇਰਦਾ, ਹੁਣ ਆਪਣੇ ਮੱਕੇ ਦਾ ਵੀ ਖਿਆਲ ਕਰ। ਹੁਣ ਆਪਣੇ ਮੱਕੇ ਵੀ ਫੇਰ ਹੋਣੇ। ਇੱਥੇ ਕੀ ਹੁੰਦਿਆ ਤੇਰੇ ਮੱਕਿਆਂ 'ਚ? ਜਿਨ੍ਹਾਂ ਗੱਲਾਂ ਤੋਂ ਤੂੰ ਵਰਜ ਕੇ ਗਿਆ ਸਾਂ, ਉਹ ਗੱਲਾਂ ਤੇ ਬਾਬਾ ਤੇਰੇ ਗੁਰਦੁਆਰਿਆਂ 'ਚ ਹੁੰਦੀਆਂ ਨੇ। ਉਹ ਤੇ ਬਾਬਾ ਤੈਨੂੰ ਮੰਨਣ ਵਾਲੇ ਕਰਦੇ ਨੇ, ਉਹ ਤੇ ਬਾਬਾ ਤੇਰੇ ਦਰ ਤੇ ਕਰਦੇ ਨੇ। ਮੈਂ ਕਹਿ ਰਿਹਾ ਸੀ ਵੱਡੇ ਵੱਡੇ ਗਿਆਨੀ ਵੀ ਸੱਚ ਨਹੀਂ ਬੋਲ ਸਕੇ ਕਿ ਪਟਨਾ ਸਾਹਿਬ ਪਖੰਡ ਹੋ ਰਿਹਾ ਆਰਤੀ ਦਾ, ਹਜੂਰ ਸਾਹਿਬ ਪਖੰਡ ਹੋ ਰਿਹਾ ਆਰਤੀ ਦਾ। ਪੰਥ ਦੇ ਦਰ ਨੇ, ਪੰਥ ਦੇ ਸਥਾਨ ਨੇ, ਇੱਥੇ ਪਖੰਡ ਹੋ ਰਿਹਾ, ਨਹੀਂ ਬੋਲ ਸਕੇ। ਤੇ ਮੈਂ ਤੇ ਅੱਗੇ ਵੀ ਕਿਹਾ ਵੀ ਆਹ ਜਿਹੜਾ ਅਸੀਂ ਅਰਦਾਸ ਕਰਦੇ ਹਾਂ ਪ੍ਰਥਮ ਭਗਉਤੀ ਸਿਮਰ ਕੇ ਸ਼੍ਰੀ ਨਨਕਾਣਾ ਸਾਹਿਬ ਕੇ ਦਰਸ਼ਨ ਦੀਦਾਰ, ਇਹ 47 ਤੋਂ ਬਾਅਦ ਸਾਡੇ ਕੋਲ ਨਨਕਾਣਾ ਖੁੱਸਿਆ ਨਾ। ਇਹ ਤਾਂ ਮਤਲਬ ਇਹ ਅਰਦਾਸ 47 ਤੋਂ ਬਾਅਦ ਪੈਦਾ ਹੋਈ ਆ। ਤੇ ਪਹਿਲੋਂ 400 ਸਾਲ ਕੌਮ ਕੀ ਕਰਦੀ ਸੀ? ਪਹਿਲੀ ਕਿਹੜੀ ਅਰਦਾਸ ਹੁੰਦੀ ਸੀ? ਕੋਈ ਪਤਾ ਹੀ ਨਹੀਂ ਹੈ। ਇਹਨੂੰ ਕਹਿੰਦੇ ਨੇ ਸ਼ਾਸਤਰ ਸੇ ਮਾਰਨਾ। ਸਾਨੂੰ ਧਰਮ ਗ੍ਰੰਥ ਨਾਲ ਹੀ ਮਾਰਿਆ ਇਹਨਾਂ ਲੋਕਾਂ ਨੇ, ਦੁਬਦਾ ਖੜੀ ਕਰ ਦਿੱਤੀ। ਤੇ ਖੈਰ ਮੈਂ ਕਹਿ ਰਿਹਾ ਸੀ ਵਾਕ ਸੱਤ ਕਰ ਧਰਮ ਵਧੇ ਹੈ। ਜੇ ਬੰਦਿਆ ਤੂੰ ਸੱਚ ਬੋਲਣ ਦੀ ਜੁਰਤ ਰੱਖਦਾ ਹੈ ਨਾ, ਹੁਣ ਕਈ ਕਹਿੰਦੇ ਆ ਜੀ ਇਹ ਉਹ ਦੂਸਰਾ ਗ੍ਰੰਥ ਪੜ੍ਹੀਏ ਤੇ ਬੀ ਰਸ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਬੀ ਰਸ ਹੈ ਧਰਤੀ ਉੱਤੇ? ਗਗਨ ਦਮਾਮਾ ਬਾਜਿਓ ਸਿੱਧਾ ਹੀ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਕੋਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਬੀ ਰਸ ਗ੍ਰੰਥ ਹੈ ਧਰਤੀ ਉੱਤੇ? ਸਤਿਗੁਰ ਆਗੇ ਸੀਸ ਭੇਟ ਦਿਓ, ਸਿੱਧਾ ਹੀ ਲਿਖਿਆ।